ਸਾਹਿਬ ਜੀ ਪੌੜੀ ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈ ਧਾਰੀਐ ਦੇਖੈ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ। जिसके जी प्राण है क्यों साहिब मनो विसारी है। अपन हथी अपना आपे ही काज सवारी है। अपन हथी अपना आपे ही काज सवारी है। ज़हरा ज़हूर हाजरा हजूर सर्व कला भरपूर ਸਮਰੱਥ ਗੁਰੂ ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਮਹਾਰਾਜ ਜੀ ਦੇ ਦਰਸ਼ਨਕਾਰੀ ਸਾਧ ਸੰਗਤ, ਆਪ ਬਹੁਤ ਹੀ ਭਾਗਾਂ ਵਾਲੇ ਹੋ। ਅਸੀਂ ਸਾਰੇ ਹੀ ਬਹੁਤ ਹੀ ਭਾਗਾਂ ਵਾਲੇ ਹਾਂ ਜੋ ਦੁਨੀਆ ਦੇ ਮਾਲਕ ਨਿਰੰਕਾਰ ਵਾਹਿਗੁਰੂ ਈਸ਼ਵਰ ਅੱਲਾ ਭਗਵਾਨ ਖੁਦਾ ਜਿਸ ਨੂੰ ਅਸੀਂ ਰੱਬ ਕਹਿੰਦੇ ਹਾਂ ਉਹਦੀ ਗੋਦ ਵਿੱਚ ਬੈਠੇ ਹਾਂ। ਬਹੁਤ ਹੀ ਭਾਗਾਂ ਵਾਲੇ ਹਾਂ। ਅਸਲ ਸਮਾਂ ਸਾਡੀ ਜ਼ਿੰਦਗੀ ਦਾ ਇਹ ਹੈ। ਬਾਕੀ ਫਰਜ਼ਾਂ ਅਧੀਨ ਦੇਖਣ ਵਿੱਚ, ਕਮਾਉਣ ਵਿੱਚ, ਸੁਣਨ ਵਿੱਚ, ਖਾਣ ਵਿੱਚ, ਭੋਗਣ ਵਿੱਚ ਜਾ ਰਹੇ ਹੈ। ਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਹ ਜਿਹੜਾ ਨਾ ਸਮਾਂ ਜਿਹੜਾ ਇਹਨੂੰ ਅਸਲ ਸਮਾਂ ਆਖਿਆ। ਜਿਹੜੀ ਸਾਈਂ ਦੀ ਯਾਦ ਵਿੱਚ ਗੁਜ਼ਰੇ ਘੜੀ ਜਿਹੜੀ ਹੈ ਨਾ ਉਹਨੂੰ ਹੀ ਮਹਾਰਾਜ ਜੀ ਨੇ ਅਸਲ ਘੜੀ ਕਿਹਾ। ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਸੰਸਾਰ ਮਹਾਰਾਜ ਜੀ ਕਹਿੰਦੇ ਡੁੱਬ ਰਿਹਾ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰਲੇ ਬਾਪ ਬੀਠਲਾ। ਹੁਣ ਜੇ ਕੋਈ ਡੁੱਬ ਰਿਹਾ ਹੈ, ਡੁੱਬਣ ਵਾਲੇ ਦੀ ਜੇ ਆਵਾਜ਼ ਕਿਨਾਰੇ 'ਤੇ ਤੁਰਦਾ ਕੋਈ ਜਾਂ ਖਲੋਤਾ ਸੁਣ ਲਏ, ਜੇ ਉਹ ਤਰਨਾ ਜਾਣਦਾ ਤਾਂ ਉਹਨੂੰ ਮਰਨ ਨਹੀਂ ਦਿੰਦਾ। ਗੁਰ ਤਾਰ ਤਾਰਨ ਹਾਰਿਆ। ਮਹਾਰਾਜ ਜੀ ਤੇ ਤਾਰਨ ਲਈ ਆਏ ਨੇ। ਮਹਾਰਾਜ ਜੀ ਕਹਿੰਦੇ ਸੰਸਾਰ ਕਲਪ ਰਿਹਾ, ਡੁੱਬ ਰਿਹਾ, ਚੀਕਾਂ ਮਾਰ ਰਿਹਾ ਅਤੇ ਇਹਨੂੰ ਕੋਈ ਕੱਢਣ ਵਾਲਾ ਲਾਗੇ ਦਿਸਦਾ ਨਹੀਂ। ਪਤਾ ਕਿਉਂ ਨਹੀਂ ਦਿਸਦਾ? ਕਿਉਂਕਿ ਇਹ ਆਪਣੇ ਮਾਲਕ ਦੇ ਘਰ ਨਹੀਂ ਆਇਆ ਜਿੱਥੋਂ ਲਿਖਿਆ ਹੋਇਆ ਗੁਰਦੁਆਰੇ ਹੋਏ ਸੋਝੀ ਪਾਏ ਸੀ। ਇਹ ਉਸ ਦੇ ਪੱਲੇ ਨਹੀਂ ਲੱਗਾ, ਉਹਦਾ ਪੱਲਾ ਨਹੀਂ ਫੜਿਆ। ਪੱਲੇ ਲੱਗਾ ਹੁੰਦਾ ਨਾ, ਜਿਹੜੀ ਪੱਲੇ ਲੱਗੀ ਹੁੰਦੀ ਹੈ ਮਾੜਾ ਜਿਹਾ ਫੋਨ ਕਰਦੀ ਹੈ ਵੀ ਸਰਦਾਰ ਜੀ ਬਾਊ ਜੀ ਆ ਜਾਓ ਘਰੇ। ਉਹ ਸਭ ਕੁਝ ਛੱਡ ਕੇ ਆ ਜਾਂਦਾ। ਕੀਮਤੀ ਕੰਮ ਕਿਉਂ ਨਾ ਹੋਵੇ ਚੱਕ ਕੇ ਇੱਕ ਪਾਸੇ ਰੱਖ ਦਿੰਦਾ ਵੀ ਜ਼ਰੂਰੀ ਕੰਮ ਹੈ, ਮੈਨੂੰ ਮੇਰੀ ਧਰਮ ਪਤਨੀ ਨੇ ਬੁਲਾਇਆ। ਜਾਂ ਪਤੀ ਵੀ ਉਸ ਨੂੰ ਜੇ ਬੁਲਾਵੇ ਸਾਰੇ ਕੰਮ ਇੱਕ ਪਾਸੇ ਛੱਡ ਕੇ ਉਹ ਆ ਜਾਂਦੇ ਨੇ ਜਾਂ ਆ ਜਾਂਦੀ ਹੈ। ਕਿਉਂ? ਕਿਉਂਕਿ ਉਹਨਾਂ ਦਾ ਸਾਥ ਹੈ। ਜਿਹੜਾ ਸਾਥੀ ਹੈ ਨਾ, ਅਸਲੀ ਸਾਥੀ, ਉਹ ਹਾਜ਼ਰ ਹੋ ਜਾਂਦਾ। ਜਦੋਂ ਵੀ ਭਗਤਾਂ 'ਤੇ ਕੋਈ ਕਸ਼ਟ ਆਉਂਦਾ ਸੀ ਤਾਂ ਮਹਾਰਾਜ ਹਾਜ਼ਰ ਹੋ ਜਾਂਦਾ ਸੀ। ਜਦੋਂ ਨਾਮਦੇਵ ਨੂੰ ਠੁੱਡੇ ਮਾਰੇ, ਧੱਕੇ ਮਾਰੇ, ਕਹਿੰਦੇ ਜਾ ਸ਼ੂਦਰਾ ਨਿਕਲ ਇੱਥੋਂ, ਕਹਿੰਦੇ ਉਹ ਬੀਟਲ ਸਾਹਮਣੇ ਆ ਗਿਆ। ਨਾਮਦੇਵ ਜੀ ਨੂੰ ਕਹਿੰਦਾ ਵੀ ਦੱਸ ਤੂੰ ਕਹੇ ਤਾਂ ਧਰਤੀ ਨੂੰ ਪੁੱਠੀ ਕਰ ਦਿਆਂ, ਜੋ ਤੂੰ ਕਹੇ ਮੈਂ ਕਰਾਂਗਾ। ਮੇਰੇ ਭਗਤ ਨੂੰ ਇੰਨਾ ਇਹਨਾਂ ਨੇ ਦੁਖਾਇਆ, ਇੰਨਾ ਤੰਗ ਕੀਤਾ, ਪਰੇਸ਼ਾਨ ਕੀਤਾ। ਮਤਲਬ ਕਹਿਣ ਦਾ ਵੀ ਉਹ ਸਾਥੀ ਐਸਾ ਵੀ ਉਹਨੇ ਸਾਹਮਣੇ ਉਸ ਮਾਲਕ ਨੂੰ ਪ੍ਰਗਟ ਕਰ ਦਿੱਤਾ। ਚਾਹੇ ਉਹ ਧੰਨਾ ਜੀ ਦਾ ਅਸੀਂ ਜੀਵਨ ਲੈ ਲਈਏ,
ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਮਤਲਬ ਭਗਤਾਂ ਨੂੰ ਤਾਰਨ ਦੇ ਲਈ ਰੱਬ ਹਾਜ਼ਰ ਰਹਿੰਦਾ, ਹਾਜ਼ਰ, ਭਾਵੇਂ ਉਹ ਪਹਿਰੇਦਾਰ ਦਾ ਰੂਪ ਕਿਉਂ ਨਾ ਧਾਰਨ ਕਰਨਾ ਪਵੇ। ਹੁਸ਼ਿਆਰਪੁਰ ਦੀ ਧਰਤੀ 'ਤੇ ਜੋਗੇ ਦੇ ਲਈ ਹਾਜ਼ਰ ਰਹਿੰਦਾ। ਮਹਾਰਾਜ ਨੇ ਸਗੋਂ ਹੀ ਸਾਚ ਲਿਖਿਆ, ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਆਟੇ। ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲ ਸਵਾਰੇ। ਦੇਖੋ ਗੁਰੂ ਮਹਾਰਾਜ ਜੀ ਇੰਨਾ ਕੁਛ ਕਰਦੇ ਨੇ, ਅਤੇ ਇਸ ਕਰਕੇ ਜਿਹੜਾ ਤੇ ਗੁਰੂ ਦੇ ਆਹ ਮੈਕ ਬੰਦ ਕਰਿਓ, ਮੇਨ ਚੱਲਦਾ ਲੱਗਦਾ ਤਾਬਿਆਂ ਵਾਲਾ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਦਇਆ ਕਰਨ, ਕਿਰਪਾ ਕਰਨ, ਸਾਨੂੰ ਡੁੱਬਦਿਆਂ ਨੂੰ ਬਚਾ ਲੈਣ, ਸਾਡੀ ਆਵਾਜ਼ ਉਹਨਾਂ ਤੱਕ ਪਹੁੰਚ ਜਾਏ। ਸੋ ਆਓ ਆਪਾਂ ਲੜੀਵਾਰ ਸ਼ਬਦ ਦੀ ਵਿਚਾਰ ਜਿੱਥੇ ਕਰਨੀ ਹੈ, ਉੱਥੇ ਨਾਲ ਹੀ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ। ਪੰਜਾਬੀ, ਅਸੀਂ ਪੰਜਾਬੀ ਹਾਂ, ਉਹਦੇ ਬਾਰੇ ਵੀ ਮੈਂ ਥੋੜ੍ਹੀ ਜਿਹੀ ਵਿਚਾਰ ਕਰਨੀ ਹੈ, ਕਿਉਂਕਿ ਸਾਡੀ ਜਿਹੜੀ ਗੁਰਬਾਣੀ ਹੈ ਇਹ ਪੰਜਾਬੀ ਗੁਰਮੁਖੀ ਲਿਪੀ ਦੇ ਵਿੱਚ ਹੈ। ਅਤੇ ਅੱਜ ਦਾ ਦਿਨ ਜਿਹੜਾ ਹੈ ਉਹ ਯੂਨੈਸਕੋ ਵੱਲੋਂ 1999 17 ਨਵੰਬਰ ਨੂੰ ਇੰਟਰਨੈਸ਼ਨਲ ਮਾਂ ਦਿਵਸ ਬੋਲੀ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਹਰ ਇੱਕ ਸਟੇਟ ਦੁਆਰਾ। ਅਤੇ ਅਸੀਂ ਹਾਂ ਪੰਜਾਬੀ, ਅਤੇ ਅਸੀਂ ਉਸ ਗੁਰਮੁਖੀ ਦੇ ਬੇਟੇ ਹਾਂ, ਅਤੇ ਅਸੀਂ ਇਸ ਕਰਕੇ ਇਹਦੀ ਵੀ ਵਿਚਾਰ ਕਰਨੀ ਹੈ। ਪਹਿਲਾਂ ਆਪਾਂ ਅੱਜ ਦਾ ਸ਼ਬਦ ਲੈਂਦੇ ਹਾਂ, ਪੌੜੀ। ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੇ ਧਾਰੀ ਹੈ। ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੇ ਧਾਰੀ ਹੈ। ਮੈਂ ਭੁੱਲ ਨਾ ਜਾਵਾਂ, ਬੇਨਤੀ ਕਰਦਾ ਵਾਂ, ਕਿਉਂਕਿ ਫਿਰ ਇੱਦਾਂ ਰੁੱਝ ਜਾਈਦਾ ਵਿਚਾਰ ਵਿੱਚ, ਕਈ ਬੇਨਤੀਆਂ ਭੁੱਲ ਜਾਂਦੀਆਂ ਨੇ। ਕੱਲ੍ਹ ਇੱਕ ਤਾਂ ਧੰਨ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ, ਨਾਲ ਹੀ ਧੰਨ ਧੰਨ ਭਗਤ ਗੁਰੂ ਰਵਿਦਾਸ ਮਹਾਰਾਜ ਜੀ, ਉਹਨਾਂ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਕੱਲ੍ਹ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਸੰਗਤਾਂ ਗੁਰਦੁਆਰਾ ਸਿੰਘ ਸਭਾ ਵਿਖੇ 5 ਵਜੇ ਆ ਰਹੀਆਂ ਹਨ। ਸਾਰੀ ਸੰਗਤ ਨੂੰ ਬੇਨਤੀ ਹੈ, ਸਮੇਂ ਦੇ ਨਾਲ ਆਪ ਜੀ ਪਹੁੰਚੋ, ਸੰਗਤਾਂ ਨੂੰ ਜੀ ਆਇਆਂ ਆਖੋ, ਸੰਗਤਾਂ ਦੇ ਦਰਸ਼ਨ ਕਰੋ ਅਤੇ ਆਪ ਜੀ ਧੰਨਵਾਦੀ ਬਣਾਓ ਅਤੇ ਬਣੋ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਸੋ ਇਸ ਲਈ ਮੈਂ ਆਪਣੀ ਪ੍ਰਬੰਧਕ ਕਮੇਟੀ ਦਾ ਖਾਸ ਧੰਨਵਾਦ ਕਰਦਾ ਹਾਂ, ਜੋ ਕਿ ਜੀ ਆਇਆਂ ਆਖਦੇ ਹਨ, ਹਰ ਸਾਲ ਪਿਆਰ ਦਿੰਦੇ ਨੇ, ਸਤਿਕਾਰ ਦਿੰਦੇ ਨੇ। ਅਤੇ ਪਿਆਰ ਦੇ ਬਦਲੇ ਮੈਂ ਹਮੇਸ਼ਾ ਬੜੀ ਵਾਰ ਬੇਨਤੀ ਕਰ ਚੁੱਕਾ, ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਸਾਨੂੰ ਵੀ ਮਿਲਦਾ, ਇਹਦੇ ਵਿੱਚ ਦੋ ਰਾਏ ਨਹੀਂ। ਇਹ ਬੇਨਤੀ ਪ੍ਰਵਾਨ ਕਰਨੀ। ਸੋ ਗੁਰੂ ਨਾਨਕ ਮਹਾਰਾਜ ਦਾ ਸ਼ਬਦ ਹੈ, ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈ ਧਾਰੀ ਹੈ। ਉਸ ਪਰਮਾਤਮਾ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਰਚੀ ਹੈ, ਆਪਣਾ ਖੇਲ ਆਪ ਕਰ ਦੇਖੇ, ਅਤੇ ਇਸ ਦੇ ਵਿੱਚ ਉਸਨੇ ਆਪ ਹੀ ਜਾਨ ਪਾ ਦਿੱਤੀ ਹੈ। ਚਾਹੇ ਉਹ ਪਸ਼ੂ ਪੰਛੀ ਹੋਣ, ਇਨਸਾਨ ਹੋਣ, ਚਾਹੇ ਉਹ ਬਨਸਪਤੀ ਹੋਵੇ, ਜਲ ਹੋਵੇ, ਕੁਛ ਵੀ ਹੋਵੇ, ਉਹਨਾਂ ਨੂੰ ਗਤੀਸ਼ੀਲ ਕਰ ਦਿੱਤਾ ਪਰਮਾਤਮਾ ਨੇ। ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੇ ਧਾਰੀ ਹੈ। ਆਪ ਹੀ ਸਾਰਾ ਕੁਛ ਉਸਨੇ ਉਹਦੇ ਵਿੱਚ ਪਾ ਦਿੱਤਾ ਹੈ, ਉਹਨੂੰ ਜੀਵਤ ਕਰ ਦਿੱਤਾ ਹੈ। ਬਨਸਪਤੀ ਵੀ ਜੀਵਤ ਹੈ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਦੁਨੀਆ ਦੇ ਵਿੱਚ ਕਿਹੜੀ ਚੀਜ਼ ਜੀਵਤ ਹੈ? ਜਿਸ ਨੇ ਪ੍ਰਮਾਤਮਾ ਨੂੰ ਜਾਣਿਆ, ਉਹਨੇ ਜੜ ਨੂੰ ਵੀ ਜੀਵਤ ਸਮਝਿਆ, ਉਹਨੇ ਚੇਤਨਾ ਨੂੰ ਵੀ ਜੀਵਤ ਸਮਝਿਆ, ਉਸਨੇ ਕਿਸੇ ਪਿੱਲਰ ਥੰਮ ਨੂੰ ਵੀ ਜੀਵਤ ਸਮਝਿਆ, ਉਹਨੇ ਨਿਰਜੀਵ ਚੀਜ਼ ਨੂੰ ਵੀ ਜੀਵਤ ਸਮਝਿਆ। ਜੀਵਤ ਸਮਝਿਆ ਕਿਉਂ? ਜੀਵਤ ਸਮਝਿਆ ਉਹਨੇ ਹੀ ਜੀਵਤ ਸਮਝਿਆ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਧਿਆਇਆ, ਸੋ ਉਹਨਾਂ ਨੇ ਜੀਵਤ ਸਮਝਿਆ। ਸੋ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਸ ਪ੍ਰਮਾਤਮਾ ਨੇ ਸਾਰੀ ਚੀਜ਼ ਨੂੰ ਗਤੀਸ਼ੀਲ ਕੀਤਾ ਹੋਇਆ। ਉਹ ਕੋਈ ਵੀ ਚੀਜ਼ ਹੈ, ਉਹ ਗਤੀਸ਼ੀਲ ਹੈ। ਉਹ ਵੱਖਰੀ ਗੱਲ ਹੈ ਵੀ ਸਾਨੂੰ ਉਹ ਕਦੋਂ ਗਤੀ ਵਿੱਚ ਲੱਗਦੀ ਹੈ। ਜਿਸ ਧਰਤੀ 'ਤੇ ਬੈਠੇ ਹਾਂ ਇਹ ਗਤੀਸ਼ੀਲ ਹੈ। ਸਾਨੂੰ ਲੱਗਦਾ ਅਸੀਂ ਇੱਕ ਥਾਂ 'ਤੇ ਬੈਠੇ ਹਾਂ, ਅਤੇ ਪਰ ਇਹ ਸਭ ਕੁਝ ਘੁੰਮ ਰਿਹਾ ਹੈ, ਸਭ ਕੁਝ ਚੱਲ ਰਿਹਾ ਹੈ, ਗਤੀਸ਼ੀਲ ਹੈ।
सो आपे ही कर ना कियो कल आपे ही तै धारिय देखे किता अपना धर कच्ची पक्की सारी है। सो उस मालक ने चंगे मंदे जीवां नूं पैदा करके उसनूं मालक जिहड़ा संभाल रहा है। मालक उन्हां नूं संभाल रहा है, उन्हां दी रखिया कर रहा है, उन्हां नूं सच्चे पातशाह पाड़ रहे हैं। देखे कीता अपना धर कच्ची पक्की सारी है। सो जिवें दा भी कोई मनुख है, जिवें दी भी कोई चीज़ है, उसनूं परमात्मा देख रहा, वेख्या। महाराज जी कहते बैठा वेखे बख अकेला। चल गया लगता, ऑफ करो, चल गया, ऑन हो गया। अच्छा, सो आओ शब्द वाल ध्यान दईए आपां। परमात्मा सारिਆਂ ਨੂੰ ਵੇਖ ਰਿਹਾ ਤੇ ਸੰਭਾਲ ਰਿਹਾ ਹੈ। ਚੰਗੇ ਮੰਦੇ ਜੀਵਾਂ ਦੇ ਜੋ ਵੀ ਕਰਮ ਹਨ ਉਹਨਾਂ ਨੂੰ ਵੀ ਪ੍ਰਮਾਤਮਾ ਦੇਖ ਰਿਹਾ ਹੈ, ਉਹਨਾਂ ਨੂੰ ਵਾਚ ਰਿਹਾ ਤੇ ਸਾਰਿਆਂ ਨੂੰ ਸੰਭਾਲ ਰਿਹਾ। ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ। जो आया सो चल सी सब कोई आई वारी है। इस संसार ते जेड़ा भी जीव पैदा होया, चाहे वह निर्जीव है चाहे जीव है, गुरु साहब जी कहते वो सारे ही इस धरती तो एक दिन जाणगे या विदा होणगे। जिन्ने भी जीव इस धरती ते आए ने, जेड़े अज दरखत दे नाल फल या पत्ते फुल लगे होणगे, वो पतझड़ विच झड़ जाणगे ते बसंत रुत हुण आई है। देखो दरख्तां दे पत्ते नवें पुंगर रहे ने, नवें फल आ रहे ने, सब कुछ नवां हो रहा है। ते जिहड़ा पहला सी वो बीत गया। इस तरह साडे जिहड़े पिछे बजुर्ग सी वो चले गए। असीं भी इस संसार तो महाराज जी कहंदे चले जाण। जिन्हां ने अगे आउणा उन्हां ने भी अपने समय दे नाल चले जाण। जिहड़ा पानी एक बारी लंघ गया वो मुड़ के वापस नहीं आना, मुड़ के होर दोबारा पानी फिर आ जाना। जिहड़ी चीज़ एक बारी चली गई या लंघ गई उसने मुड़ के नहीं आना। जो आया सो चल सी सब कोई आई वारी है। हर एक दी वारी आउंदी है, केवल मौत की गल नहीं कीती। ठीक है, केवल मौत की गल नहीं कीती। जो भी दुनिया दे विच सानूं दिस रहा है, आज जिहड़ी धरती दिस रही है, बिल्डिंगां दिस रही ने, चाहे कोई किधरे बहुत ज़्यादा वसों है वो दिस रही है, चाहे कोई उजाड़ दिस रहा है। उत्थे कई बार वसों होई, कई बार उजाड़ होया, कई बार धरतियां वसियां, कई बार उजड़ियां। ये सारा समय के नाल नाल हो रहा है। जो आया सो चल सी सब कोई आई वारी है। जो भी चीज़ साडे घर विच है किसी भी तरह की इस्तेमाल करने वाली, वो चीज़ एक दिन पुरानी हो के कुआड़ बनेगी। उस कुआड़ नूं फिर ढाल के कुछ होर बना दिता जाएगा। क्योंकि भगत कबीर जी कहते ने माटी माटी होई एक, मिट्टी दे भांडे फिर एक दिन मिट्टी बन गए। असी भी मिट्टी तो पैदा होए ते असी भी एक दिन मिट्टी दे विच चाहे कोई दफन हो के ते चाहे कोई सड़ के जल के, वो एक दिन सत्संग जी बाणी विच लिखिया मिट्टी बनेगा, खाक बनेगा। ताई भगतां ने कहा फरीदा खाक ना निंदी है खाकू जेड़ ना कोए, जीवदियां पैरां थले मोया उपर होए। असी सारे कबीर माटी के हम पुत्रे, मानस राख्यो नाव। माटी माटी होई एक, रोवन हारे की कवन टेक। जो आया सो चल सी सब कोई आई वारी है। सब ने एक दिन मिट्टी होना, धन ने एक दिन मिट्टी होना, दौलत ने एक दिन मिट्टी होना, प्रभुता ने एक दिन मिट्टी होना। सब कुछ जो असी जानते हाँ, जिन्नी साडे कोल विद्या जानकारी एक दिन मिट्टी होनी है। वो वक्री गल है, वो अलग विषय कि कोई उसनूं लिखत के रूप दे विच संसार नूं बोल के दे जावे, वो तो उस रूप विच रहिंदी है। पर फिर भी जितों आई है उस शरीर ने, उस जुबान ने एक दिन मिट्टी होना है। तो सब ने इस संसार तो एक दिन अपनी अपनी वारी दे नाल गुरु साहब जी कहते जाना है। जो आया
सो चल सी सब कोई आई वारी है। सो नवी चीज़ आ रही है, पुरानी चीज़ जा रही है, तो आपां इस तों की करना है, सुन के आपां सिक्ख्या लैनी है। ਜਾਂ ਰਹਿਣਾ ਨਾ ਹੀ ਐਤ ਜਗਤਾ ਕਾਇਤ ਗਰਭ ਹੰਢੀ ਹੈ। ਸੋ ਇਸ ਸੰਸਾਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਜੇ ਆਪਾਂ ਨਹੀਂ ਰਹਿਣਾ ਤਾਂ ਫਿਰ ਆਪਾਂ ਕਿਸੇ ਵੀ ਚੀਜ਼ ਦਾ ਗਰਭ ਜਾਂ ਹੰਕਾਰ ਨਹੀਂ ਕਰਨਾ। ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਅਸੀਂ ਆਮ ਕਰਕੇ ਮੰਨਦੇ ਹਾਂ ਬੰਦੇ ਦੀ 80 90 100 ਸਾਲ ਦੀ ਉਮਰ ਹੈ। ਸੋ ਜਿਸ ਦੀ 70 ਹੋ ਗਈ ਹੈ ਉਹਨੂੰ ਜਾਣ ਲੈਣਾ ਚਾਹੀਦਾ ਬਾਕੀ ਕਿੰਨੀ ਹੈ। ਜਿਹਦੀ 80 ਹੋ ਗਈ ਹੈ ਉਹਨੂੰ ਵੀ ਜਾਣ ਲੈਣਾ ਚਾਹੀਦਾ ਵੀ ਬਾਕੀ ਕਿੰਨੀ ਰਹਿ ਗਈ ਹੈ। ਜਿਸ ਦੀ 90 ਹੋ ਗਈ ਹੈ ਉਹਨੂੰ ਵੀ ਜਾਣ ਲੈਣਾ ਚਾਹੀਦਾ ਵੀ 90 ਵਰ੍ਹੇ ਕਿੰਨੇ ਛੇਤੀ ਗੁਜ਼ਰ ਗਏ। ਜੇ 4-5 ਬਾਕੀ ਐਵਰੇਜ ਦੇ ਹਿਸਾਬ ਨਾਲ ਬਚੇ ਵੀ ਨੇ ਅਤੇ ਕਿੰਨਾ ਕੁ ਚਿਰ ਬਾਕੀ ਬਚਿਆ, ਬਹੁਤ ਥੋੜ੍ਹਾ ਚਿਰ ਰਹਿ ਗਿਆ। ਬਾਣੀ ਵਿੱਚ ਲਿਖਿਆ ਦਿਨ ਥੋੜ੍ਹੇ ਥੱਕੇ ਭਇਆ ਪੁਰਾਣਾ ਚੋਲਾ। ਦਿਨ ਥੋੜ੍ਹੇ ਥੱਕੇ, ਥੋੜ੍ਹੇ ਹੀ ਦਿਨ ਰਹਿ ਗਏ ਨੇ, ਚੋਲਾ ਪੁਰਾਣਾ ਅਤੇ ਬਹੁਤ ਜ਼ਿਆਦਾ ਜਿਹੜਾ ਹੈ ਉਹ ਕੱਚਾ ਹੋ ਗਿਆ। ਇਸ ਕਰਕੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ। ਜਿਸ ਕੇ ਜੀ ਪ੍ਰਾਨ ਹੈ ਕਿਉਂ ਸਾਹਿਬ ਮਨੋਂ ਵਿਸਾਰੀ ਹੈ। ਸੋ ਮਹਾਰਾਜ ਜੀ ਕਹਿੰਦੇ ਪ੍ਰਾਣ ਸੁਖਦਾਤਾ, ਜੀ ਸੁਖਦਾਤਾ, ਇਹ ਸਾਰਾ ਉਹ ਮਾਲਕ ਸਾਡੇ ਪ੍ਰਾਣਾਂ ਦਾ ਆਧਾਰ ਹੈ। ਉਸ ਮਾਲਕ ਨੂੰ ਫਿਰ ਮਹਾਰਾਜ ਜੀ ਕਹਿੰਦੇ ਕਿਉਂ ਵਿਸਾਰੀਏ। ਉਸ ਨੂੰ ਵਿਸਾਰਨਾ ਨਹੀਂ, ਉਸ ਤੋਂ ਦੂਰ ਨਹੀਂ ਹੋਣਾ, ਉਸ ਦੇ ਨਾਲ ਹੀ ਲੱਗ ਕੇ ਰਹਿਣਾ, ਉਸ ਨੂੰ ਹਮੇਸ਼ਾ ਯਾਦ ਹੀ ਕਰਦੇ ਰਹਿਣਾ। ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ। ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਸਾਰੀ ਹੈ। ਸੋ ਆਪਣੇ ਉਸ ਮਾਲਕ ਨੂੰ, ਆਪਣੇ ਉਸ ਸਾਹਿਬ ਨੂੰ ਮਹਾਰਾਜ ਜੀ ਕਹਿੰਦੇ ਕਦੀ ਵੀ ਆਪਣੇ ਅੰਦਰੋਂ ਦੂਰ ਨਹੀਂ ਕਰਨਾ, ਵਿਸਾਰਨਾ ਨਹੀਂ। ਕਿਉਂਕਿ ਬਾਣੀ ਵਿੱਚ ਲਿਖਿਆ ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਜਿਸ ਤੋਂ ਉਹ ਮਾਲਕ ਵਿਸਰਦਾ, ਜਿਸ ਤੋਂ ਮਾਲਕ ਦੂਰ ਹੁੰਦਾ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਆਪਣੇ ਆਪ ਤੋਂ ਦੂਰ ਹੋ ਜਾਂਦਾ ਹੈ, ਆਪਣੇ ਆਪ ਤੋਂ ਬਹੁਤ ਸੱਖਣਾ ਹੋ ਜਾਂਦਾ ਹੈ। ਇਸ ਕਰਕੇ ਮੈਂ ਬੇਨਤੀ ਕਰਾਂ ਜਿੰਨੇ ਵੀ ਸੇਵਾ ਕਰ ਰਹੇ ਨੇ ਆਵਾਜ਼ ਨਾ ਮੈਨੂੰ ਆਵੇ, ਇਹ ਮੇਰੀ ਬੇਨਤੀ ਹੈ। ਸੇਵਾ ਜਿੰਨੇ ਕਰਨੀ ਹੈ ਬਿਲਕੁਲ ਆਰਾਮ ਦੇ ਨਾਲ। ਜੇ ਅਸੀਂ ਗੱਲਾਂ ਕਰਾਂਗੇ ਅਤੇ ਜੋ ਮੈਂ ਸੁਣਾ ਰਿਹਾ ਅਤੇ ਫਿਰ ਮੈਂ ਵੀ ਸੇਵਾ ਵਿੱਚ ਲੱਗ ਜਾਂਦਾ ਤੁਹਾਡੇ ਨਾਲ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਵੀ ਬਿਲਕੁਲ ਚੁੱਪ, ਇੱਕ ਕੰਬਲ ਚੱਕੋ ਅਤੇ ਬੜੇ ਪ੍ਰੇਮ ਦੇ ਨਾਲ ਸੇਵਾ ਕਰੋ, ਆਵਾਜ਼ਾਂ ਨਾ ਮਾਰੋ ਇੱਕ ਦੂਜੇ ਨੂੰ। ਇਹ ਮੇਰੀ ਬੇਨਤੀ ਹੈ। ਮੈਂ ਵਿਸ਼ਾ ਦੂਜਾ ਵੀ ਸ਼ੁਰੂ ਕਰਨਾ, ਜੇ ਇਕਾਗਰਤਾ ਨਾ ਹੋਏਗੀ ਫਿਰ ਮੁਸ਼ਕਿਲ ਹੋ ਜਾਏਗੀ। ਇਸ ਕਰਕੇ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ, ਚੁੱਪ ਕਰਕੇ ਪ੍ਰੇਮ ਦੇ ਨਾਲ ਸੇਵਾ ਕਰੋ, ਗੁਰੂ ਦੀ ਖੁਸ਼ੀ ਤਾਂ ਹੀ ਮਿਲੇਗੀ। ਆਓ ਆਖਰੀ ਪੰਕਤੀ। ਜਿਸ ਕੇ ਜੀ ਪ੍ਰਾਨ ਹੈ ਕਿਉਂ ਸਾਹਿਬ ਮਨੋਂ ਵਿਸਾਰੀ ਹੈ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਸੋ ਗੁਰੂ ਸਾਹਿਬ ਜੀ ਆਖਰੀ ਪੰਕਤੀ ਵਿੱਚ ਕਹਿੰਦੇ ਨੇ ਜਿਸ ਨੇ ਵੀ ਇਸ ਜਹਾਨ ਤੋਂ ਕੁਝ ਖੱਟ ਕੇ ਜਾਣਾ ਉਹਨੂੰ ਆਪਣੀ ਖੇਤੀ ਆਪ ਕਰਨੀ ਪਏਗੀ, ਉਹਨੂੰ ਆਪਣਾ ਬੀਜ ਆਪ ਬੀਜਣਾ ਪਏਗਾ। ਦੇਖੋ ਕਿਸੇ ਨੇ ਆਪਣੀ ਖੇਤੀ, ਆਪਣੇ ਖੇਤ ਦੇ ਵਿੱਚ ਬੀਜ ਬੀਜਿਆ, ਗੁਆਂਢੀ ਉਸ ਦਾ ਉਹ ਜਿਹੜੀ ਫਸਲ ਹੈ ਵੱਢ ਨਹੀਂ ਸਕਦਾ। ਉਹਨੂੰ ਹੀ ਉਸ ਬੀਜੀ ਹੋਈ ਫਸਲ ਦਾ ਅਸਲੀ ਜਿਹੜਾ ਹੈ ਨਫਾ ਜਾਂ ਫਲ ਮਿਲਣਾ, ਦੂਸਰੇ ਨੂੰ ਨਹੀਂ ਮਿਲਣਾ। ਆਪਾਂ ਬੀਜ ਬੀਜਿਆ ਆਪਣੀ ਪੈਲੀ ਦੇ ਵਿੱਚ ਅਤੇ ਉਹਨੂੰ ਅਸੀਂ ਹੀ 6 ਮਹੀਨੇ ਬਾਅਦ 5-4 ਮਹੀਨੇ ਬਾਅਦ ਵੱਢਣਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮ ਹੀ ਆਵੋ ਜਾਓ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਉਹ ਫਿਰ ਸਤਸੰਗ ਜੀ ਕੋਈ ਚੰਗਾ ਬੀਜ ਹੋਵੇ, ਕੋਈ ਮਾੜਾ ਬੀਜ ਹੋਵੇ। ਚੰਗੇ ਬੀਜਾਂ ਦੇ ਵਿੱਚ ਵੀ ਮਾੜਾ ਬੀਜ ਨਦੀਨ ਵਰਗੇ ਬੂਟੇ ਉੱਗ ਪੈਂਦੇ ਨੇ ਅਤੇ ਉਹਨਾਂ ਨੂੰ ਫਿਰ ਸਾਨੂੰ ਆਪ ਹੀ ਕੱਢਣਾ ਪੈਂਦਾ। ਜ਼ਿੰਦਗੀ ਦੇ ਸਫ਼ਰ ਦੇ ਵਿੱਚ, ਜ਼ਿੰਦਗੀ ਦੇ ਵਿੱਚ ਸਾਡੇ ਕੋਲੋਂ ਚੰਗੇ ਮਾੜੇ ਕਰਮ ਹੁੰਦੇ ਰਹਿੰਦੇ ਨੇ। ਉਹ ਚੰਗੇ ਮਾੜੇ ਕਰਮਾਂ ਦਾ ਸਾਨੂੰ ਖੁਦ ਹੀ ਜ਼ਿੰਮੇਵਾਰੀ ਲੈਣੀ ਪਏਗੀ ਅਤੇ ਉਹਦਾ ਹਿਸਾਬ ਕਿਤਾਬ ਸਾਨੂੰ
ਖੁਦ ਨੂੰ ਹੀ ਦੇਣਾ ਪਏਗਾ। ਅਤੇ ਇਸ ਕਰਕੇ ਆਪਣੇ ਆਪ ਨੂੰ ਠੀਕ ਅਤੇ ਸਹੀ, ਆਪਣੇ ਆਪ ਨੂੰ ਠੀਕ ਅਤੇ ਸਹੀ ਸਾਨੂੰ ਆਪ ਹੀ ਕਰਨਾ ਪਏਗਾ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਸੋ ਇਸ ਕਰਕੇ ਸਤਸੰਗ ਹੈ ਜੀ, ਜਿਸ ਨੇ ਵੀ ਇਸ ਜੱਗ ਜਹਾਨ ਤੋਂ ਖੱਟੀ ਖੱਟ ਕੇ ਜਾਣਾ ਹੈ, ਉਹ ਫਿਰ ਆਪ ਕਰਮ ਕਰੇ, ਆਪਣੀ ਖੇਤੀ ਆਪ ਕਰੇ, ਆਪਣਾ ਜੀਵਨ ਆਪ ਸੋਹਣਾ ਬਣਾਏ। ਉਹ ਕਾਜ ਆਪਣੇ ਹੱਥੀਂ ਆਪਣਾ ਕਾਜ ਕਿਵੇਂ ਸਵਾਰਨ? ਉਹ ਸਤਸੰਗ ਜੀ ਸਾਨੂੰ ਦੋ ਖੰਭ ਦਿੱਤੇ ਨੇ ਉੱਡਣ ਦੇ ਲਈ, ਸੇਵਾ ਅਤੇ ਸਿਮਰਨ। ਉਹ ਚੀਜ਼ ਅਸੀਂ ਸੇਵਾ ਅਤੇ ਸਿਮਰਨ ਦੇ ਨਾਲ ਹੀ ਪੂਰੀ ਕਰਨੀ ਹੈ। ਅਸੀਂ ਉਸ ਮਾਲਕ ਤੱਕ, ਅਸੀਂ ਕਹਿੰਦੇ ਹਾਂ ਨਾ, ਬਾਣੀ ਵਿੱਚ ਲਿਖਿਆ ਨੌਵੇਂ ਪਾਤਸ਼ਾਹ ਦੇ ਸਲੋਕਾਂ ਤੋਂ ਪਹਿਲਾਂ ਵੀ ਖੰਭ ਵਿਕੰਦੜੇ ਜੇ ਲਾਹਾਂ ਘਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਾਹ ਸੋ ਸੱਜਣ ਟੋਲ। ਮਹਾਰਾਜ ਜੀ ਕਹਿੰਦੇ ਕਿਧਰੇ ਖੰਭ ਬਾਜ਼ਾਰ ਵਿੱਚ ਵਿਕਦੇ ਹੋਣ, ਕਿਧਰੇ ਪਤਾ ਲੱਗੇ ਵੀ ਖੰਭ ਬਾਜ਼ਾਰ ਵਿੱਚ ਵਿਕਦੇ ਨੇ ਅਤੇ ਘਿੰਨਾ ਸਾਵੀ ਤੋਲ, ਮੈਂ ਉਹਨਾਂ ਨੂੰ ਮਹਿੰਗੇ ਮੋਲ ਵੀ ਪ੍ਰਾਪਤ ਕਰ ਲਵਾਂ, ਉਹਨਾਂ ਨੂੰ ਖਰੀਦ ਲਵਾਂ, ਔਰ ਉਹ ਖੰਭਾਂ ਨੂੰ ਆਪਣੇ ਤਨ 'ਤੇ ਲਾ ਕੇ, ਉਹ ਖੰਭਾਂ ਨੂੰ ਆਪਣੇ ਤਨ 'ਤੇ ਲਾ ਕੇ ਆਪਣੇ ਪ੍ਰੀਤਮ ਸ਼ਾਹ ਉਸ ਮਾਲਕ ਕੋਲ ਉੱਡ ਕੇ ਜਾ ਕੇ ਉਹਨੂੰ ਮਿਲ ਲਵਾਂ। ਖੰਭ ਵਿਕੰਦੜੇ ਜੇ ਲਾਹਾਂ ਘਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਾਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾ ਹੋ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਸੋ ਅਸੀਂ ਕਰਮ ਕਰਨਾ, ਕਿਰਤ ਕਰਨੀ ਹੈ, ਸੇਵਾ ਕਰਨੀ ਹੈ, ਸਿਮਰਨ ਕਰਨਾ। ਇਹਦੇ ਨਾਲ ਸਤਸੰਗ ਜੀ ਸਾਡੇ ਸਾਰਿਆਂ ਦੇ ਕਾਜ ਜਿਹੜੇ ਨੇ ਉਹ ਸਵਾਰ ਹੋ ਜਾਣਗੇ। ਪਾਤਸ਼ਾਹ ਜੀ ਕਹਿੰਦੇ ਨੇ ਅਚਿੰਤ ਕੰਮ ਜਿਹੜੇ ਨੇ ਉਹ ਪ੍ਰਮਾਤਮਾ ਕਰਦਾ। ਜਦੋਂ ਅਸੀਂ ਸੇਵਾ ਅਤੇ ਸਿਮਰਨ ਕਰਦੇ ਹਾਂ ਨਾ, ਫਿਰ ਪ੍ਰਮਾਤਮਾ ਉਹਨਾਂ ਵੱਲ ਧਿਆਨ ਦੇ ਕੇ ਉਹਨਾਂ ਦੇ ਕਾਰਜ ਮਹਾਰਾਜ ਜੀ ਆਪ ਸਵਾਰਦਾ। ਮਹਾਰਾਜ ਜੀ ਕਹਿੰਦੇ ਕਰਤਾ ਪੁਰਖ ਵਿੱਚ ਖਲੋ ਜਾਂਦਾ ਹੈ, ਕਰਤਾ ਪੁਰਖ ਵਿੱਚ ਆ ਜਾਂਦਾ ਹੈ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਸੋ ਅਸੀਂ ਇਸ ਸੰਸਾਰ ਦੇ ਵਿੱਚੋਂ ਇਸ ਪ੍ਰਕਾਰ ਸਤਸੰਗ ਜੀ ਤਰ ਜਾਵਾਂਗੇ, ਆਪਣਾ ਜੀਵਨ ਜਿਹੜਾ ਹੈ ਸਫਲ ਕਰ ਜਾਵਾਂਗੇ। ਸੋ ਇਹ ਤੁਹਾਡੇ ਦੇ ਨਾਲ ਮੈਂ ਅੱਜ ਦੇ ਜੋ ਲੜੀਵਾਰ ਸ਼ਬਦ ਦੀ ਵਿਚਾਰ ਉਹਨੂੰ ਸਾਂਝੀ ਕੀਤੀ ਹੈ। ਸੋ ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ, ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ। ਸਾਡੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਿਪੀ ਇਹ ਸਾਰੀ ਹੀ ਜਿਹੜੀ ਹੈ ਪੰਜਾਬੀ ਹੈ, ਗੁਰਮੁਖੀ ਹੈ। ਇਸ ਕਰਕੇ ਅਸੀਂ ਅੱਜ ਦੇ ਦਿਵਸ 'ਤੇ ਥੋੜ੍ਹਾ ਜਿਹਾ ਆਪਾਂ ਪੰਜਾਬੀ ਮਾਂ ਬੋਲੀ 'ਤੇ ਵਿਚਾਰ ਜ਼ਰੂਰ ਕਰਨਾ ਹੈ, ਤਾਂ ਜੋ ਸਾਨੂੰ ਆਪਣੇ ਬਾਰੇ, ਆਪਣੇ ਹੱਕ ਬਾਰੇ, ਆਪਣੇ ਵਿਰਸੇ ਬਾਰੇ, ਆਪਣੇ ਸੱਭਿਆਚਾਰ ਬਾਰੇ ਸਾਨੂੰ ਪਤਾ ਲੱਗ ਸਕੇ। ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਜਿਹੜੀ ਹੈ ਉਹ ਅਸੀਂ 1604 ਵਿੱਚ ਮੰਨਦੇ ਹਾਂ। ਬਾਬੇ ਨਾਨਕ ਦੀ ਬਾਣੀ ਤੋਂ ਇੱਕ ਓਂਕਾਰ ਤੋਂ ਇਹ ਆਰੰਭ ਹੁੰਦੀ ਹੈ। ਉਸ ਸਮੇਂ ਸਤਸੰਗ ਜੀ ਹੋਰ ਵੀ ਭਾਸ਼ਾ ਸਨ, ਸੰਸਕ੍ਰਿਤ ਸੀ, ਫਾਰਸੀ ਸੀ, ਕੋਈ ਆਪਣੇ ਰਾਜ ਦੀਆਂ ਭਾਸ਼ਾਵਾਂ ਵੀ ਸਨ, ਪਰ ਉਹਨਾਂ ਨੂੰ ਸਾਰੀਆਂ ਨੂੰ ਛੱਡ ਕੇ ਸਾਡੇ ਗੁਰੂਆਂ ਨੇ ਪੰਜਾਬੀ ਭਾਸ਼ਾ ਨੂੰ ਹੀ ਚੁਣਿਆ। ਇਹਦਾ ਕਾਰਨ ਸਾਨੂੰ ਪਤਾ ਹੋਣਾ ਚਾਹੀਦਾ ਹੈ, ਇਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸਾਡੇ ਗੁਰੂਆਂ ਨੇ, ਕਿਉਂਕਿ ਲਿਪੀਆਂ ਹੋਰ ਵੀ ਸਨ, ਲਿਪੀਆਂ ਹੋਰ ਵੀ ਹਨ, ਲਿਪੀ ਦੇਵਨਾਗਰੀ ਵੀ ਸੀ, ਪਰ ਸਾਡੇ ਗੁਰੂਆਂ ਨੇ ਗੁਰਮੁਖੀ ਲਿਪੀ ਨੂੰ ਹੀ ਕਿਉਂ ਮਹਾਰਾਜ ਜੀ ਨੇ ਅਪਣਾਇਆ, ਕਿਉਂ ਇਸ ਦਾ ਵਿਸਥਾਰ ਕੀਤਾ, ਕਿਉਂ ਆਪਣੇ ਬੋਲਾਂ ਨੂੰ ਮਹਾਰਾਜ ਜੀ ਨੇ ਪੰਜਾਬੀ ਦੇ ਵਿੱਚ, ਮਾਂ ਬੋਲੀ ਦੇ ਵਿੱਚ 35 ਅੱਖਰੀ ਦੇ ਵਿੱਚ ਮਹਾਰਾਜ ਜੀ ਨੇ ਸਾਨੂੰ ਕਿਉਂ ਦਿੱਤਾ?
क्योंकि जदों असीं बहुत पिछे जाने हैं, साडी जिहड़ी माँ बोली है जिन्हों पंजाबी कहने हैं बहुत पुरानी है। ये पीरां फकीरां ने अपने रसना तो इसनों बहुत वधिया तरीके दे नाल उच्चारण किया, बड़ा ही निखारिया, बड़े ही सुंदर लफज इस दे, क्योंकि एक कंपलीट बोली है। हो सकता बाकी बोलियां दे विच कोई घाट वाध होवे, पर जिहड़ी पंजाबी बोली है इसनों एक कंपलीट बोली असी मनते हाँ। इस करके इस दा जिहड़ा इस्तेमाल जिहड़ा जां इसनों अपनाया साडे पीरां ने, फकीरां ने, गुरुआं ने। जदों भी उन्होंने इस दे विच गलबात कीती ते ये सानूं बहुत ही रसदायक लगी, बहुत ही मिठी लगी, बहुत ही प्यारी लगी। ते गुरु साहब जी ने फिर साडी जिहड़ी बहुत ही प्यारी बाणी सी इस दा उच्चारण इस 35 अखरी दे विच कीता, जिस दी शुरुआत जिहड़ी है सत्संग जी ऊड़े ऐड़ा जिसनों असीं कहंदे हाँ उस तो हुंदी है, जिस दे बारे सानूं बचपन दे विच ही पढ़ाया जांदा है। ये सानूं लोरियां दे रूप दे विच, कवितावां दे रूप दे विच, अखाणां दे रूप दे विच, मुहावरियां दे रूप दे विच, तोतली बोली दे रूप दे विच सब तो पहलां सानूं जिहड़े असीं पंजाबी हाँ सानूं ये सिखाई जांदी है, ते असीं इस तो ही फिर अगे जिहड़ा है वधना शुरू कर दिंदे हाँ। ये साडे दिमाग विच, साडे दिल विच, साडे जहन विच वस जांदी है। एक छोटा जिहा बच्चा है, उसनूं तुसीं जिस सब तो पहला जदों वो 2-2.5 साल का हुंदा है उसका दिमाग बहुत ज़्यादा कम करदा है, जां कह सकते हाँ बहुत ज़्यादा चीज़ नूं इकट्ठी करदा है, कैच करदा। उस समय असी उस बच्चे दे नाल जिस बोली दे विच गल करांगे वो ही बोली सीख जावेगा, वो उसे ही बोली दे विच गल करेगा। जे असी उस नाल बचपन दे विच ही हिंदी, अंग्रेजी जां होर किसी भाषा बोली विच गल करांगे ते वो अपनी जिहड़ी है पंजाबी माँ बोली नूं भुल जाएगा ते वो ही सीख जाएगा। दुनिया दीयां बहुत भाषावां हन, दुनिया विच बहुत बोलियां हन, सानूं हर बोली जिन्नियां भी सिख हो सकदियां ने सिखणियां चाहीदियां, पर जिहड़ी साडी पहली माँ बोली है उस नूं सानूं सारिआं नूं सीखना चाहिए। सो इस करके साडे गुरुआं ने इस मिठी पंजाबी माँ बोली जिहड़ी है इस नूं अपनाया ते गुरु ग्रंथ साहिब जी दे विच गुरु नानक महाराज तो पहलां भी फकीरां ने, पीरां ने इस नूं बहुत वधिया तरीके दे नाल जिहड़ा है। देखो बाबा फरीद जी उन्होंने श्लोक आते हैं बड़े सोहने प्यारे, जदों असी ठेठ पंजाबी सोहनी मिठी पंजाबी उन्होंने रचना तो सुनते हैं तो मन एक बारी खुश हो जाता है, आनंद हो जाता है। जो बाबा फरीद जी कहते हैं शक्कर खंड निवात गुड़ माखियों मांझा दुध सभे वस्तु मिठियां रब ना पूजन तुध। सो ये जिहड़े लफ्ज़ ने शक्कर खंड जिहड़ी है ये सानूं किन्ने मिठे ते प्यारे लगते हैं, किन्ने सुंदर लगते हैं। जदों असी बाबा बुल्ले शाह की रचना नूं देखते हैं, बाबा बुल्ले शाह बहुत सोहना लिखदा है। बहुत सदियां पहलां उन्होंने अपने बोल इस मामूली पंजाबी विच लिखे। बाबा बुल्ले शाह कहंदा इश्क हकीकी की गल करदा है, कहंदा हाजी लोग मक्के नूं जांदे असी जाना तख्त हज़ारे। हाजी लोग मक्के नूं जांदे असी जाना तख्त हज़ारे, जिस वल वेखां उसे वल काबा, भावें खोल किताबां चारे वेद पुराना, पढ़ पढ़ थके सिजदियां करदे घस गए मत्थे। जिन पाया तिन नूर अवनार, इश्क दी नवीं नवीं बहार। उस सच्चे इश्क की गल बुल्ले शाह फकीर करदा ते उस सच्चे इश्क की फकीर बाबा फरीद भी गल करते हैं। वह भी कहते हैं रत्ते इश्क खुदाए रंग दीदार के,
ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀ, ਇਸ ਭੋਏ ਤੇ ਇਸ ਧਰਤੀ ਤੇ ਉਹ ਭਾਰ ਨੇ। ਉਹ ਬਹੁਤ ਸੋਹਣੀ ਬੋਲੀ ਦੇ ਵਿੱਚ ਇੱਕ ਹੋਰ ਬੜੀ ਪਿਆਰੀ ਪੰਕਤੀ ਹੈ, ਸ਼ੈਲ ਲਗਨ ਦੇ ਪਾਰ ਗੋਰੀ ਮਨ ਧੀਰੀਆ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਇਸ ਵਿੱਚੋਂ ਸਾਡਾ ਵਿਰਸਾ ਅਤੇ ਸੱਭਿਆਚਾਰ ਵੀ ਝਲਕਦਾ। ਆ ਜਿਹੜੀ ਮੈਂ ਪੰਕਤੀ ਪੜ੍ਹੀ ਹੈ ਨਾ, ਸ਼ੈਲ ਲਗਨ ਦੇ ਪਾਰ ਗੋਰੀ ਮਨ ਧੀਰੀਆ, ਸ਼ੈਲ ਛਬੀਲਾ ਗੱਭਰੂ ਦੀ ਗੱਲ ਕੀਤੀ ਹੈ, ਸੁੰਦਰ ਗੱਭਰੂ ਦੀ ਗੱਲ ਕੀਤੀ ਹੈ। ਗੋਰੀ ਦਾ ਮਤਲਬ ਮੁਟਿਆਰ। ਸ਼ੈਲ ਲਗਨ ਦੇ ਪਾਰ, ਇੱਕ ਦਰਿਆ ਨੂੰ ਪਾਰ ਕਰਦਾ ਦੇਖ ਕੇ ਇੱਕ ਮੁਟਿਆਰ ਨੂੰ ਬਹੁਤ ਸੁੰਦਰ ਅਤੇ ਸੋਹਣਾ ਲੱਗਾ। ਰੱਬ ਗੱਲ ਉਸ ਰੱਬ ਦੀ ਕੀਤੀ ਹੈ ਅਤੇ ਪ੍ਰਮਾਣ ਦਿੱਤਾ, ਉਦਾਹਰਨ ਦਿੱਤੀ, ਤਸ਼ਬੀਹ ਦਿੱਤੀ ਹੈ ਇੱਕ ਮੁਟਿਆਰ ਅਤੇ ਇੱਕ ਸ਼ੈਲ ਛਬੀਲੇ ਗੱਭਰੂ ਦੀ ਗੁਰਬਾਣੀ ਦੇ ਵਿੱਚ। ਇਹਦਾ ਮਤਲਬ ਸਾਡੇ ਗੁਰੂਆਂ ਨੇ, ਫਕੀਰਾਂ ਨੇ ਬਹੁਤ ਸੋਹਣਾ ਜਿਹੜਾ ਹੈ ਸਾਨੂੰ ਆਪਣਾ ਵਿਰਸੇ ਦੇ ਨਾਲ ਜੋੜਨ ਦਾ ਮੌਕਾ ਦਿੱਤਾ। ਅਤੇ ਮੈਂ ਜੱਲਣ ਜੀ ਦਾ ਵੀ ਇੱਕ ਤੁਹਾਡੇ ਨਾਲ ਵਾਕ ਸਾਂਝਾ ਕਰਦਾ ਹੁੰਦਾ। ਦੇਖੋ ਕਿੰਨੀ ਮਿੱਠੀ ਉਹਨਾਂ ਦੀ ਬੋਲੀ। ਉਹ ਜੱਲਣ ਸ਼ਾਹ ਕਹਿੰਦਾ ਵੀ ਨਿੱਕੇ ਹੁੰਦੇ ਢੱਗੇ ਚਾਰੇ, ਅੱਜ ਦੇ ਨਿਆਣਿਆਂ ਨੂੰ ਉਹ ਢੱਗੇ ਢੁੱਗਿਆਂ ਦਾ ਕੀ ਪਤਾ, ਪਰ ਸਾਡੀ ਕਿੰਨੀ ਮਿੱਠੀ ਪਿਆਰੀ ਬੋਲੀ ਦੇ ਵਿੱਚ ਉਹਨਾਂ ਦੀਆਂ ਰਚਨਾ ਦੇ ਵਿੱਚ ਇਹ ਆਇਆ, ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹੱਲ ਵਾਹਿਆ, ਬੁੱਢੇ ਹੋ ਗਏ ਮਾਲਾ ਫੜ ਲਈ, ਰੱਬ ਦਾ ਉਲੰਭਾ ਲਾਹਿਆ। ਇਹ ਦੇਖੋ ਕਿੰਨੇ ਠੇਠ ਪੰਜਾਬੀ ਵਾਲੇ ਸਿੱਧੇ ਲਫ਼ਜ਼ ਨੇ ਜਿਹੜੇ ਸਾਡੇ ਸਿੱਧੇ ਹੀ ਅੰਦਰ ਜਾਂਦੇ ਨੇ। ਅਤੇ ਜੇ ਕਿਸੇ ਹੋਰ ਬੋਲੀ ਦੇ ਵਿੱਚ ਤੁਹਾਨੂੰ ਇਹ ਲਫ਼ਜ਼ ਦਿੱਤੇ ਜਾਣ ਅਤੇ ਉਹਨਾਂ ਨੂੰ ਕੈਚ ਕਰਨਾ ਔਖਾ ਹੋ ਜਾਏਗਾ। ਇਹ ਸਾਡੇ ਭਗਤ ਆਪਣੇ ਹੋਏ ਨੇ, ਨਾਮਦੇਵ ਜੀ ਮਹਾਰਾਸ਼ਟਰ 'ਚ ਹੋਏ ਨੇ ਨਾ, ਉੱਥੇ ਮਰਾਠੀ ਦਾ ਪ੍ਰਭਾਵ ਬਹੁਤ ਹੈ। ਜਿਹੜੇ ਪੰਜਾਬ ਵਿੱਚ ਸੀ ਉਹਨਾਂ ਪੰਜਾਬ ਬਹੁਤ ਵੱਡਾ ਸੀ ਪੁਰਾਤਨ, ਅਤੇ ਜਿਹੜੇ ਮਹਾਰਾਸ਼ਟਰ ਦੇ ਵਿੱਚ ਸੀ ਉਹਨਾਂ 'ਤੇ ਮਰਾਠੀ ਦਾ ਪ੍ਰਭਾਵ ਸੀ। ਅਤੇ ਜਦੋਂ ਅਸੀਂ ਹੁਣ ਇਹ ਭਗਤ ਨਾਮਦੇਵ ਜੀ ਦੀ ਰਚਨਾ ਜਾਂ ਬਾਣੀ ਨੂੰ ਪੜ੍ਹਦੇ ਹਾਂ, ਉਹ ਸਮਝਣੀ ਥੋੜ੍ਹੀ ਔਖੀ ਹੈ। ਤੂੰ ਜੋ ਦਿਆਲ ਕਿਰਪਾਲ ਕਹੀਅਤ ਹੈ, ਅਤ ਭੁਜ ਭਇਓ ਅਪਾਰਲਾ, ਫੇਰ ਦੀਆ ਦੇਰਾ ਨਾਮੇ ਕੋ ਪੰਡੀਅਨ ਕੋ ਪਿਛਵਾਰਲਾ। ਇਹ ਥੋੜ੍ਹਾ ਜਿਹਾ ਸਾਨੂੰ ਇਹਦੀ ਫਿਰ ਟਰਾਂਸਲੇਸ਼ਨ ਕਰਨੀ ਪਏਗੀ, ਧਿਆਨ ਦੇਣਾ ਪਏਗਾ। ਇੱਕ ਮੈਂ ਜਿਹੜੀ ਪਹਿਲੇ ਸ਼ਲੋਕ ਬੋਲੇ ਨੇ ਉਹ ਸਾਨੂੰ ਸਿੱਧੇ ਹੀ ਸਮਝ ਲੱਗ ਗਏ, ਉਹ ਪਿਓਰ ਪੰਜਾਬੀ ਹੈ। ਅਤੇ ਇਹਦੇ ਵਿੱਚ ਮਰਾਠੀ ਹੈ, ਇਹਦੇ ਵਿੱਚ ਮਰਾਠੀ ਹੈ ਜਿਹਨੂੰ ਕਹਿੰਦੇ ਨੇ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ। ਇਹਦੇ ਵਿੱਚ ਪ੍ਰਭਾਵ ਦੂਸਰੀਆਂ ਬੋਲੀਆਂ ਦਾ ਹੈ। ਸੋ ਮਹਾਰਾਜ ਜੀ ਨੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੱਥੇ ਦੇ ਭਗਤ ਸੀ ਉੱਥੇ ਦੇ ਬੋਲੀਆਂ ਦੇ ਪ੍ਰਭਾਵ ਨੇ, ਉਹਨੂੰ ਵੀ ਮਹਾਰਾਜ ਜੀ ਨੇ ਮਨਜ਼ੂਰ ਕੀਤਾ, ਪਰ ਉਹਨੂੰ ਲਿਖਿਆ ਮਹਾਰਾਜ ਜੀ ਨੇ 35 ਦੇ ਵਿੱਚ ਹੈ। 35 ਸਾਡੀ ਕਿਹੜੀ ਹੈ, ਮੈਂ ਤੁਹਾਡੇ ਨਾਲ ਸਾਂਝ ਤਾਂ ਕਰ ਰਿਹਾ, ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ, ਇਸ ਕਰਕੇ ਉਹਦੇ ਸੰਬੰਧ ਵਿੱਚ ਤੁਹਾਡੇ ਨਾਲ ਥੋੜ੍ਹੇ ਜਿਹੇ ਮਿੰਟ ਸਾਂਝੇ ਕਰ ਰਿਹਾ। ਸਾਨੂੰ ਬਹੁਤ ਜ਼ਿਆਦਾ ਮਾਣ ਹੋਣਾ ਚਾਹੀਦਾ। ਸਾਨੂੰ ਪੰਜਾਬੀ ਬੋਲਣ ਵਿੱਚ, ਊੜਾ ਐੜਾ ਪੜ੍ਹਨ ਦੇ ਵਿੱਚ ਸ਼ਰਮ ਨਹੀਂ, ਮਾਣ ਮਹਿਸੂਸ ਹੋਣਾ ਚਾਹੀਦਾ। ਜਿੰਨੇ ਵੀ ਅਸੀਂ ਬੈਠੇ ਹਾਂ ਸਾਨੂੰ ਊੜਾ ਆੜਾ ਆਉਣਾ ਚਾਹੀਦਾ, 35 ਆਉਣੀ ਚਾਹੀਦੀ ਹੈ। ਜੇ ਕੋਈ ਕਹੇ ਵੀ ਮੈਂ ਤਾਂ ਅਨਪੜ੍ਹ ਹਾਂ, ਮੈਂ ਉਹਦੇ ਲਈ ਕਹਾਂਗਾ ਗਲਤ ਬੋਲ ਰਿਹਾ। ਜੇ ਸਾਡੀਆਂ ਅਨਪੜ੍ਹ ਭੈਣਾਂ, ਸਾਡੇ ਅਨਪੜ੍ਹ ਬਜ਼ੁਰਗ ਇੰਨਾ ਕੁਛ ਯਾਦ ਕਰ ਲੈਂਦੇ ਨੇ, ਬੜਾ ਕੁਛ। ਵਿਆਹ ਸ਼ਾਦੀਆਂ 'ਤੇ ਕਿੰਨੇ ਗੀਤ, ਕਿੰਨੇ ਸਿੱਠਣੀਆਂ, ਕੋਈ ਸਿਹਰਾ ਬੋਲਦਾ, ਕੋਈ ਘੋੜੀਆਂ ਗਾਉਂਦਾ, ਕਿੰਨਾ ਕੁਝ ਯਾਦ ਕਰ ਲੈਂਦੇ ਹਾਂ। 35 ਜਿਹੜੀ ਹੈ, 35 ਅੱਖਰ ਯਾਦ ਕਰਨੇ ਔਖੇ ਨਹੀਂ। ਇੱਕ ਦਾਦੀ ਨੂੰ ਆਪਣੇ ਪੋਤੇ ਪੋਤਰੀਆਂ ਨੂੰ 35 ਆਪ ਪੜ੍ਹਾਉਣੀ ਚਾਹੀਦੀ ਹੈ, ਉਹਦੀ ਸਿੱਖੀ ਜਾਂਦੀ ਹੈ, ਕੁਝ ਦਿਨਾਂ ਦੇ ਵਿੱਚ ਸਿੱਖ ਸਕਦੇ ਹਾਂ। ਕੋਈ ਵੀ ਬਜ਼ੁਰਗ ਹੈ, ਕੋਈ ਵੀ ਹੈ, ਉਸ ਨੂੰ ਜਿਹੜੇ ਅੱਗੇ ਛੋਟੇ ਬੱਚੇ ਨੇ ਉਹਨਾਂ ਨੂੰ ਉਹ 35 ਆਉਣੀ ਚਾਹੀਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਾਂ, ਪੰਜਾਬੀ ਵਿੱਚ ਗੱਲ ਕਰਦੇ ਹਾਂ, ਜੇ ਸਾਨੂੰ ਮੁੱਢ ਅਤੇ ਮੂਲ ਨਹੀਂ ਆਉਂਦਾ ਅਤੇ ਫਿਰ ਅਸੀਂ ਫੇਲ ਹਾਂ। ਇਸ ਕਰਕੇ ਮੈਂ 35 ਦੇ 35 ਜਿਹਨੂੰ ਕਹਿੰਦੇ ਨੇ ਉਹਦੇ 35 ਅੱਖਰ ਤੁਹਾਡੇ ਨਾਲ ਸਾਂਝੇ ਕਰਦਾ, ਅਤੇ ਅੱਗੇ ਸਾਨੂੰ ਮੈਸੇਜ ਆਏਗਾ ਮਾਣ ਦੇ ਨਾਲ। ਮਾਂ ਬੋਲੀ ਨੂੰ ਮਾਣ ਦੇ ਨਾਲ ਬੋਲਦੇ ਹਾਂ। 35 ਅੱਖਰੀ ਕਿਹੜੀ ਹੈ, ਆਪਾਂ ਬੋਲਦੇ ਹਾਂ ਊੜਾ ਐੜਾ ਈੜੀ ਸੱਸਾ ਹਾਹਾ। ਮਾਲਵੇ ਵਿੱਚ ਜਦੋਂ ਪੜ੍ਹਦੇ ਨੇ ਉਹ ਅਸੀਂ ਐੜਾ ਬੋਲਦੇ ਨੇ, ਉਹ ਆੜਾ ਕਹਿੰਦੇ ਨੇ, ਉਹ ਵੱਖਰੀ ਗੱਲ ਹੈ।
ਪਰ ਹੈ 35। ਮਾਝੇ ਵਿੱਚ ਥੋੜ੍ਹੇ ਜਿਹੇ ਲਫ਼ਜ਼ਾਂ ਨੂੰ ਹੋਰ ਬੋਲਦੇ ਨੇ, ਕਿਉਂਕਿ ਉਪ ਬੋਲੀਆਂ ਦਾ ਵੀ ਪ੍ਰਭਾਵ ਹੈ ਸਾਡੇ ਸਾਰਿਆਂ 'ਤੇ। ਉਪ ਬੋਲੀਆਂ ਦਾ ਵੀ ਪ੍ਰਭਾਵ ਹੈ, ਇਸ ਕਰਕੇ ਅਸੀਂ ਅੱਖਰਾਂ ਨੂੰ ਥੋੜ੍ਹਾ ਜਿਹਾ ਹੋਰ ਤਰ੍ਹਾਂ ਬੋਲ ਲੈਂਦੇ ਹਾਂ। ਪਰ ਹੈ 35 ਦੇ ਹੀ। ਊੜਾ ਐੜਾ ਈੜੀ ਸੱਸਾ ਹਾ 5 ਹੋ ਗਏ। ਕੱਕਾ ਖੱਕਾ ਗੱਗਾ ਘੱਗਾ ঙੰਘਾ, ਚੱਚਾ ਛੱਛਾ ਜਿੱਜਾ ਝੱਜਾ ਝਈਆਂ, ਟੈਂਕਾ ਠੱਠਾ ਦੱਦਾ ਧੱਦਾ ਨੰਨਾ, ਪੱਪਾ ਫੱਫਾ ਬੱਬਾ ਭੱਬਾ ਮੰਮਾ, ਯਈਆ ਅਰਾਰਾ ਲੱਲਾ ਵਾਵਾ ਹੜਾੜਾ। ਫਿਰ ਅੱਗੇ ਸੱਸੇ ਪੈਰ ਬਿੰਦੀ ਸ਼ਾ ਬੋਲ। 35 ਤੋਂ ਬਾਅਦ ਇਹ ਜਿਹੜੇ ਸੱਸੇ ਦੇ ਪੈਰ 'ਚ ਬਿੰਦੀ ਹੈ ਨਾ, ਇਹ ਜਿਹੜੀ ਫਾਰਸੀ ਭਾਸ਼ਾ ਹੈ ਨਾ, ਇਹ ਬਿੰਦੀਆਂ ਥੋੜ੍ਹੀਆਂ ਜਿਹੀਆਂ ਉੱਧਰੋਂ ਵੀ ਆਈਆਂ ਨੇ। ਜ਼ਫਰਨਾਮਾ, ਜਫਰਨਾਮਾ ਨਹੀਂ ਜ਼ਫਰਨਾਮਾ, ਜਜ਼ਬਾਤ, ਗਜ਼ਲ, ਇਹ ਪੈਰ 'ਚ ਬਿੰਦੀਆਂ ਜਿਹੜੀਆਂ ਨੇ ਇਹ ਥੋੜ੍ਹੀਆਂ ਆਈਆਂ ਨੇ, ਅਤੇ ਇਹ ਸਾਡੇ ਇਹ ਵੀ ਗੁਰੂਆਂ ਨੇ ਇਹਨਾਂ ਨੂੰ ਅਪਣਾਇਆ। ਸੱਸੇ ਪੈਰ ਬਿੰਦੀ, ਖੱਕੇ ਪੈਰ ਬਿੰਦੀ, ਫੋਫੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਲੱਲੇ ਪੈਰ ਬਿੰਦੀ ਹੈ 6, ਇਹ ਵੀ ਬੋਲੀਆਂ ਜਾਂਦੀਆਂ। ਸੋ ਕਹਿਣ ਦਾ ਮਤਲਬ ਸਾਨੂੰ ਇਹ 35 ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬਾਣੀ ਵੀ ਆਉਂਦੀ ਆ, ਉਹਦੇ ਵਿੱਚ ਵੀ ਮਹਾਰਾਜ ਜੀ ਨੇ, ਗੁਰੂ ਨਾਨਕ ਮਹਾਰਾਜ ਜੀ ਦੀ, ਉਹਦੇ ਵਿੱਚ ਵੀ ਸਾਨੂੰ ਦੱਸਿਆ। ਪੱਟੀ ਵੀ ਇੱਕ ਆਉਂਦੀ ਹੈ, ਪੱਟੀ ਲਿਖੀ ਬਾਣੀ ਵੀ ਆਉਂਦੀ, ਉਹਦੇ ਵਿੱਚ ਵੀ ਸਾਨੂੰ ਜਿਹੜੀ ਹੈ 35 ਦੇ ਅੱਖਰ ਜਿਹੜੇ ਨੇ ਬੜੇ ਸੋਹਣੇ ਮਿਲਦੇ ਨੇ। ਸੋ ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ ਸਾਧ ਸੰਗਤ ਜੀ, ਸਾਡੀ ਮਾਂ ਬੋਲੀ ਪੰਜਾਬੀ ਜਿਹੜੀ ਹੈ ਇਹ ਸਾਡੇ ਘਰਾਂ ਦੇ ਵਿਹੜਿਆਂ ਦੇ ਵਿੱਚ ਪਹਿਲਾਂ ਪਾਉਂਦੀ ਨਜ਼ਰ ਆਉਣੀ ਚਾਹੀਦੀ ਹੈ, ਦਿਖਣੀ ਚਾਹੀਦੀ ਹੈ, ਤਾਂ ਅਸੀਂ ਆਪਣੇ ਵਿਰਸੇ ਨੂੰ, ਸੱਭਿਆਚਾਰ ਨੂੰ ਸੰਭਾਲ ਸਕਾਂਗੇ। ਅਤੇ ਜਿਹੜੇ ਸਾਡੇ ਘਰ ਦੇ ਵਿੱਚ ਘੁਸਪੈਠ ਕਰਦੇ ਨੇ ਜਿਹੜੇ ਲਫ਼ਜ਼, ਉਹਨਾਂ ਤੋਂ ਅਸੀਂ ਆਪਣੇ ਆਪ ਨੂੰ ਬਚਾਉਣਾ ਹੈ। ਦੇਖੋ ਜਦੋਂ ਕੋਈ ਸਵੇਰੇ ਉੱਠਦਾ ਹੈ ਉਹਨੂੰ ਜਾਂ ਤਾਂ ਫਤਿਹ ਬੁਲਾਵੇ ਜਿਹੜੇ ਇੱਥੇ ਰਹਿੰਦੇ ਨੇ, ਜੇ ਕੋਈ ਹਿੰਦੂ ਵੀਰ ਹੈ ਤਾਂ ਰਾਮ ਰਾਮ ਆਖੇ, ਕੋਈ ਹਰਜ ਨਹੀਂ। ਅਤੇ ਜੇ ਕੋਈ ਹੁਣ ਸਿਖਾਉਂਦਾ ਆਪਣੇ ਬੱਚਿਆਂ ਨੂੰ, ਬੋਲੋ ਬੇਟੇ ਗੁੱਡ ਮਾਰਨਿੰਗ, ਇਹ ਧੋਖਾ ਹੈ ਸਾਧ ਸੰਗਤ ਜੀ। ਦੁਬਾਰਾ ਫਿਰ ਬੇਨਤੀ ਹੈ ਵੀ ਕੱਲ੍ਹ ਸਾਧ ਸੰਗਤ ਜੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਅੰਮ੍ਰਿਤ ਵੇਲੇ ਚਾਹ ਪਾਣੀ ਦੇ ਲੰਗਰ ਚੱਲਣਗੇ। ਜੇ ਕਿਸੇ ਨੇ ਸੇਵਾ ਕਰਨੀ ਕਰ ਸਕਦੇ ਹੋ। ਧੰਨ ਧੰਨ ਭਗਤ ਗੁਰੂ ਰਵਿਦਾਸ ਜੀ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 24 ਇਸ ਫਰਵਰੀ ਦਾ ਹੈ, ਅਤੇ ਕੱਲ੍ਹ 22 ਤਰੀਕ ਉਸ ਗੁਰਦੁਆਰਾ ਸਾਹਿਬ ਤੋਂ, ਭਗਤ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਤੋਂ ਜੋ ਬਣਾਇਆ ਹੋਇਆ ਸਿੰਘਾਂ ਨੇ, ਉੱਥੋਂ ਪ੍ਰਭਾਤ ਫੇਰੀ ਹੈ ਹਰ ਸਾਲ ਦੀ ਤਰ੍ਹਾਂ ਆਪਣੇ ਗੁਰੂ ਘਰ ਵਿਖੇ ਪਹੁੰਚ ਰਹੀ ਹੈ। ਸਵੇਰੇ 5 ਵਜੇ ਸੰਗਤਾਂ ਪਹੁੰਚ ਜਾਣਗੀਆਂ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਜਿਉ ਆਇਆਂ ਆਖਣ ਦੇ ਲਈ ਸਾਰੀ ਸੰਗਤ ਸਮੇਂ ਦੇ ਨਾਲ ਗੁਰੂ ਘਰ ਵਿਖੇ ਪਹੁੰਚੇ, ਕਿਉਂਕਿ ਜਿਵੇਂ ਸਾਡਾ ਸਤਿਕਾਰ ਸਾਰੀਆਂ ਸੰਗਤਾਂ ਕਰਦੀਆਂ ਹਨ, ਅਸੀਂ ਵੀ ਸਤਿਕਾਰ ਕਰਨਾ। ਇਸ ਸੰਸਾਰ ਦੇ ਵਿੱਚ ਸਭ ਕੁਝ ਇਹੀ ਚੀਜ਼ ਹੈ, ਔਰ ਬਾਕੀ ਸਭ ਕੁਝ ਸਾਧ ਸੰਗਤ ਜੀ ਇਹ ਸਾਡਾ ਆਪਣਾ ਆਪਣਾ ਜਾਂ ਪਰਾਇਆ। ਇੱਕ ਸਤਿਕਾਰ ਪਿਆਰ ਜਿਹੜਾ ਇੱਕ ਦੂਜੇ ਨੂੰ ਦੇਣਾ, ਇਹ ਬਹੁਤ ਵੱਡੀ ਗੱਲ ਹੈ। ਇਸ ਕਰਕੇ ਜ਼ਰੂਰ ਹਾਜ਼ਰੀ ਭਰ ਕੇ ਸੰਗਤ ਦੇ ਦਰਸ਼ਨ ਕਰੋ, ਆਪਣੇ ਜੀਵਨ ਨੂੰ, ਸਵਾਸਾਂ ਨੂੰ ਅਤੇ ਆਪਣੀਆਂ ਕਮਾਈਆਂ ਨੂੰ ਸਫਲ ਕਰੋ। ਸੋ ਮੈਂ ਬੇਨਤੀ ਕਰ ਰਿਹਾ ਸੀ, ਆਓ ਹੋਰ ਆਪਾਂ 5-7 ਮਿੰਟ ਵਿੱਚ ਕੰਪਲੀਟ ਕਰਦੇ ਹਾਂ। ਮੈਂ ਬੇਨਤੀ ਕਰ ਰਿਹਾ ਸੀ ਇਸ ਮਾਂ ਬੋਲੀ ਪੰਜਾਬੀ ਨੂੰ ਸਾਧ ਸੰਗਤ ਜੀ ਆਪਣੇ ਅਸੀਂ ਵਿਹੜੇ ਦੇ ਵਿੱਚ ਸ਼ਿੰਗਾਰ ਕੇ ਰੱਖਣਾ। ਜਿਵੇਂ ਅਸੀਂ ਆਪਣੇ ਡਰਾਇੰਗ ਰੂਮ ਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਸਜਾ ਕੇ ਰੱਖਦੇ ਹਾਂ, ਆਪਣੇ ਜੀਵਨ ਦਾ ਆਪਾਂ ਸ਼ਿੰਗਾਰ ਬਣਾਉਣਾ। ਆਪਣੇ ਬੱਚਿਆਂ ਨੂੰ ਬਹੁਤ ਸੋਹਣਾ ਸਿਖਾਉਣਾ। ਜੇ ਅਸੀਂ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਏ ਫਾਰ ਐਪਲ ਸਿਖਾ ਦਿੱਤਾ ਤਾਂ ਉਹਨਾਂ ਨੂੰ ਸੇਬ ਦਾ ਪਤਾ ਨਹੀਂ ਲੱਗੇਗਾ। ਉਹ ਬਹੁਤ ਸੋਹਣਾ ਮੈਂ ਵਿਚਾਰ ਸੁਣ ਰਿਹਾ ਸੀ, ਕਿਸੇ ਘਰ ਵਿੱਚ ਮਾਂ ਨੇ ਆਪਣੇ ਬੱਚੇ ਨੂੰ ਸਿਖਾਇਆ ਸੱਸਾ ਸੇਬ, ਉਹਨੇ ਸੇਬ ਨੂੰ ਵੀ ਪਹਿਚਾਣ ਲਿਆ ਅਤੇ ਸੱਸੇ ਦਾ ਮਤਲਬ ਉਹਨੂੰ ਪਤਾ ਵੀ ਲੱਗ ਗਿਆ ਸੇਬ। ਜਦੋਂ ਉਹ ਸਕੂਲੇ ਗਿਆ, ਉਹਦੀ ਮੈਡਮ ਉਹਨੂੰ ਪੜ੍ਹਾਉਣ ਲੱਗੀ, ਕਹਿੰਦੀ ਏ ਫਾਰ ਐਪਲ, ਸੇਬ ਦੀ ਉਹਨੂੰ ਪਛਾਣ ਸੀ, ਸੇਬ ਦੀ ਉਹਨੂੰ ਪਹਿਚਾਣ ਸੀ। ਉਹ ਕਹਿੰਦਾ ਤੈਨੂੰ ਦੀਦਾ ਨਹੀਂ, ਮਤਲਬ ਦਿਸਦਾ ਨਹੀਂ, ਇਹ ਸੇਬ ਹੈ, ਐਪਲ ਥੋੜ੍ਹਾ ਹੈ। ਮਤਲਬ ਜੋ ਉਹਦੀ ਮਾਂ ਨੇ ਉਹਨੂੰ ਸਿਖਾ ਦਿਆ, ਉਹਦੇ ਜ਼ਹਿਨ ਵਿੱਚ ਉਹ ਪੈ ਗਿਆ। ਅਤੇ ਜੇ ਬੱਚੇ ਨੂੰ ਅਸੀਂ ਕਹਾਂਗੇ ਵੀ ਉਹ ਕਿਚਨ ਦੇ ਵਿੱਚੋਂ ਉਹ ਚੀਜ਼ ਲੈ ਆ ਅਤੇ ਰਸੋਈ 'ਤੇ ਗਈ, ਰਸੋਈ ਗਈ, ਰਸੋਈ ਨਹੀਂ ਉਹਨੂੰ ਜ਼ਿੰਦਗੀ ਵਿੱਚ ਪਤਾ ਲੱਗਣਾ ਵੀ ਰਸੋਈ ਕੀ ਹੁੰਦੀ ਹੈ।
जे बच्चे नूं कहता और रसोई दे विचों बच्चे नमक ले आओ तो लूण का उसनूं की पता लगना। उन्होंने कह दिता भी शुगर लै आओ उत्थों थोड़ी जी आपां जिहड़ी है जिन्हों आपां खंड कहने आ चीनी लै आओ तो वो जहन में चीनी आ जानी। उन्हें चीनी ही बोलना, उन्हें खंड नहीं कहना। मैं पहला एक श्लोक पढ़िया ना, शक्कर खंड, ये साढ़े बड़े प्यारे लफज जिहड़े साढ़े गुरुआं ने भी सानू बाणी राहीं दिते ने। इन्हां सानू अपनी जिंदगी दे विच अपनाउणा चाहीदा, तां ही साडा सभ्याचार बच सकदा है। आपां इनू बहुत ही आपां सौखा जिहा लैने आ भी कोई गल नहीं, कोई फर्क नहीं पैंदा। बहुत वड्डा फर्क है, बड़ा वड्डा फर्क पैंदा जदों असीं अपनी माँ बोली पंजाबी नूं भुल जांदे हां ते साडे विच साडी जिहड़ी जिੱਥੋਂ असीं पैदा होए हां सानू वो कुछ भुल जांदा है। आपां कौन हां असीं ये भी भुल जांदे हां। आपां सुनिया है साध संगत जी, सुनिया है, देखिया भी है, जे किसी कौम नूं खत्म करना होवे, जे किसी खेतर नूं खत्म करना होवे, उत्थे दे मतलब कब्जा करना होवे उत्थे दी जिहड़ी बोली है उसनूं भाषा नूं ते जां उत्थे दे सभ्याचार विरसे नूं खत्म कर दिओ ते अपने आप ही वो कौम, अपने आप ही वो लोग, अपने आप ही वो राज जिहड़े खत्म हो जाणगे, दूजे राजां विच मिल जाणगे। जदों साडे सत्संग जी इस पंजाब दे विच हिंदी बोली जानी है, भैया पार्टी ही इत्थे आ जानी है, तो एक दिन पंजाब भी बिहार बनिया ही समझो। क्योंकि जिहड़ा अपने बोली तो हट गया, जदों 10 दे विचों 7 ने हिंदी बोलनी है, अंग्रेजी बोलनी है, वो पश्चिमी सभ्यता के प्रभाव हेठ वो गुलाम हो जाणगे। ते आपां जदों ना संविधान की गल करी दी है ना, जदों इंटरनैशनल पद्धर ते हक्कां की गल हुंदी है, जिन्हां दे कोल विरसा हुंदा, जिन्हां दे कोल अपने मतलब चिन्ह हुंदे ने, जिन्हां कोल ग्रंथ हुंदा, जिन्हां कोल शहादतां हुंदियां ने, वो अपने हक नूं दुनिया दे इंटरनैशनल पद्धर ते रख सकदे हन। सो इस करके साध संगत जी सानू अपनी माँ बोली पंजाबी दे नाल प्यार होना चाहिए। गुरु मेहर करे, महाराज कृपा करन, साडे बच्चे नौजवान सारे ही जुड़न पंजाबी माँ बोली दे नाल ते आपां दुनिया ते राज कर सकते हाँ इस दे नाल। सो जिथे आप जी ने शब्द की विचार श्रवण की है, उत्थे आपां थोड़ा जिहा संखेप दे विच पंजाबी माँ बोली का भी सत्कार किया है याद करके। सो इन्नी सेवा प्रवान करनी महाराज सब की हाज़री प्रवान करे, सबनों खुशियां तंदुरुस्तियां बख्शे। भुल चुक माफ़ करो जी। वाहिगुरू जी का खालसा, वाहिगुरू जी की फतेह।